ਸਹੀ ਠੀਕ ਹੋ ਗਿਆ ਜੀ। ਤੇ ਅੱਛਾ ਸਰਦਾਰ ਸਾਹਿਬ, ਬਾਅਦ ਡੰਗਰਾਂ ਦੇ ਥਣ ਖਰਾਬ ਹੋ ਜਾਂਦੇ ਆ, ਹਾਂਜੀ, ਉਹਦੀ ਵਜ੍ਹਾ ਕੀ ਹੁੰਦੀ ਹੈ ਤੇ ਉਹਦਾ ਇਲਾਜ ਕੀ ਹੁੰਦਾ? ਉਹਦੀ ਵਜ੍ਹਾ ਇਹ ਹੁੰਦੀ ਹੈ ਜੀ ਕਿ ਜਿਸ ਵੇਲੇ ਜਾਨਵਰ ਨੂੰ ਚੋਇਆ ਜਾਂਦਾ ਨਾ, ਦੋ ਉਹਦੀਆਂ ਵਜ੍ਹਾ ਹੁੰਦੀਆਂ। ਹਾਂਜੀ ਸਭ ਤੋਂ ਪਹਿਲੀ ਵਜ੍ਹਾ ਉਹਦੀ ਇਹ ਹੁੰਦੀ ਹੈ ਕਿ ਜਿਹੜੇ ਉਹਨੂੰ ਨਮਕੀਆਤ ਦੀ ਜ਼ਰੂਰਤ ਹੁੰਦੀ ਹੈ ਨਾ, ਹਾਂਜੀ ਉਹ ਸਾਡੇ ਵੰਡਿਆਂ ਦੇ ਵਿੱਚ ਨਹੀਂ ਹੁੰਦੇ। ਠੀਕ ਹੈ ਜੀ। ਔਰ ਅਗਰ ਉਹ ਹੋਣ ਜੀ ਤਾਂ ਉਹਨਾਂ ਦੇ ਰੇਟ ਬੜੇ ਹਾਈ ਚੱਲ ਜਾਂਦੇ ਨੇ। ਠੀਕ ਹੈ, ਵੰਡੇ ਦੇ ਰੇਟ। ਵੰਡੇ ਦੇ ਰੇਟ ਜੀ ਜਿਹੜਾ ਕਿ ਸਾਡਾ ਫਾਰਮਰ ਜਿਹੜਾ ਨਾ ਉਹ ਲੱਭਦਾ ਸਸਤੀ ਚੀਜ਼, ਹਾਂਜੀ ਉਹ ਨਹੀਂ ਹੁੰਦੇ। ਉਹਦੀ ਵਜ੍ਹਾ ਦੇ ਨਾਲ ਉਹ ਹਵਾਨੇ ਦੇ ਬਹੁਤ ਸਾਰੇ ਮਸਾਇਲ ਪੈਦਾ ਹੋ ਜਾਂਦੇ। ਠੀਕ ਹੈ ਜੀ। ਦੂਸਰਾ ਇਹ ਹੁੰਦਾ ਹੈ ਕਿ ਜਿਸ ਵੇਲੇ ਜਾਨਵਰ ਨੂੰ ਚੋਇਆ ਜਾਂਦਾ ਨਾ, ਹਾਂਜੀ ਉਸ ਵੇਲੇ ਤੋਂ ਅੱਧਾ ਘੰਟਾ ਤੱਕ ਉਹਦਾ ਜਿਹੜਾ ਥਣ ਹੈ, ਉਹਦਾ ਸੁਰਾਖ ਜਿਹੜਾ ਉਹ ਖੁੱਲ੍ਹਾ ਰਹਿੰਦਾ। ਠੀਕ ਹੈ ਜੀ। ਉਹ ਜਾਨਵਰ ਜਿਸ ਵੇਲੇ ਜਾ ਕੇ ਚੁਆਈ ਕਰਾ ਕੇ ਲਾਮਹੱਲਾ ਜ਼ਰਾ ਹਲਕਾ ਹੁੰਦਾ, ਜੀ ਉਹ ਥੱਲੇ ਬਹਿੰਦਾ ਹੈ। ਹਾਂਜੀ ਉੱਥੋਂ ਬੈਕਟੀਰੀਆ ਉਹਦੇ ਥਣ ਦੇ ਵਿੱਚ ਚਲੇ ਜਾਂਦੇ ਨੇ। ਹਾਂਜੀ ਔਰ ਥਣ 'ਚ ਕੁਛ ਨਾ ਕੁਛ ਦੁੱਧ ਹੁੰਦਾ ਹੈ, ਉਹ ਇਹ ਜਿਹੜਾ ਦੁੱਧ ਹੈ ਇਹਦੇ 'ਚ ਬੈਕਟੀਰੀਆ ਜਿਹੜਾ ਬੜੀ ਤੇਜ਼ੀ ਨਾਲ ਫੈਲਦਾ। ਠੀਕ ਹੈ ਜੀ। ਠੀਕ ਹੈ ਨਾ ਜੀ। ਇਹਦੇ ਵਾਸਤੇ ਇਹ ਹੈ ਇੱਕ ਕਾੜਾ ਹੈਗਾ, ਜੀ ਉਹ ਵੀ ਫਾਰਮਰ ਨੂੰ ਲਾਜ਼ਮਨ ਬਣਾ ਕੇ ਰੱਖਣਾ ਚਾਹੀਦਾ ਹੈ। ਜੀ ਉਹਦੇ ਵਿੱਚ ਇਹ ਹੈ ਅੱਧਾ ਕਿਲੋ ਸੌਂਫ, ਜੀ 1 ਕਿਲੋ ਸੋਏ, ਅੱਧਾ ਕਿਲੋ ਸੌਂਫ, 1 ਕਿਲੋ ਸੋਏ, 300 ਗ੍ਰਾਮ ਅਜਵਾਇਣ, 300 ਗ੍ਰਾਮ ਅਜਵਾਇਣ, 200 ਗ੍ਰਾਮ ਕਾਲੀ ਜੀਰੀ, 200 ਗ੍ਰਾਮ ਕਾਲੀ ਜੀਰੀ, 50 ਗ੍ਰਾਮ ਵੱਡੀ ਇਲਾਇਚੀ। 50 ਗ੍ਰਾਮ ਵੱਡੀ ਇਲਾਇਚੀ। ਹਾਂਜੀ, ਹਾਂਜੀ ਇਹ ਕਾੜਾ ਤੁਸੀਂ ਇਹਨੂੰ 100 ਨਾ ਜ਼ਰਬ ਦੇ ਲਓ, 20 ਨਾ ਦੇ ਲਓ। ਇਹ ਕਾੜਾ ਇੱਕ ਜਾਨਵਰ ਦਾ ਜਿਹੜਾ ਮੈਂ ਬੋਲਿਆ, ਅੱਛਾ ਜੀ। ਇਹਨੂੰ ਹੁਣ ਤੁਸੀਂ ਭਾਵੇਂ 20 ਗੁਣਾ ਤੁਹਾਡੇ 20 ਹੈ, 30 ਹੈ, 5 ਹੈ, ਜਿੰਨੇ ਹੈ, ਇਹਦੇ ਨਾਲ ਜ਼ਰਬ ਦੇ ਕੇ ਹਾਂਜੀ ਉੱਥੋਂ ਇਹਨੂੰ ਗ੍ਰਾਈਂਡ ਕਰਾ ਲਿਆ ਉਸ ਆਪਣੇ ਸਾਹਮਣੇ ਠੀਕ ਹੈ ਜੀ। ਪੰਸਾਰੀ ਦੀ ਦੁਕਾਨ। ਅੱਛਾ ਜੀ। ਅਗਰ ਤੁਹਾਡੇ ਜਾਨਵਰ ਨੂੰ ਮਸਲ ਜਿਸ ਤਰ੍ਹਾਂ ਮੈਂ ਅੱਗੇ ਦੱਸਿਆ ਕਿ ਸੋਇਆ ਹੈ, ਉਹਨੂੰ ਬੌਲੀ ਦਿਓ, ਹਾਂਜੀ ਉਹਦੇ ਨਾਲ ਉਹਨੂੰ ਇੱਕ ਪਾਈਆ ਫੌਰਨ ਕੋਸਾ ਜਿਹਾ ਪਾਣੀ ਕਰਕੇ ਘੋਲ ਕੇ ਉਹਨੂੰ ਤੁਸੀਂ ਉਹ ਕਾੜਾ ਵੀ ਦੇ ਦੇਣਾ। ਠੀਕ ਹੈ ਜੀ। ਉਹ ਫਿਰ ਉਹਦੀ ਇਹ ਰੂਟੀਨ ਰੱਖਣੀ ਹੈ ਕਿ ਪਹਿਲੇ 2 ਦਿਨ ਸਵੇਰ ਸ਼ਾਮ ਕਾੜਾ ਦੇਣਾ, ਜੀ ਉਸ ਤੋਂ ਬਾਅਦ ਰੋਜ਼ਾਨਾ ਇੱਕ ਟਾਈਮ ਉਹਨੂੰ ਕਾੜਾ ਦੇਣਾ। ਇਹ ਸਾਰਾ ਵਜ਼ਨ ਹੈ ਜਿਹੜਾ ਠੀਕ ਹੈ ਜੀ। ਉਹ ਜਾਨਵਰ, ਜਿੱਦਾਂ ਅੱਗੇ ਅਸੀਂ ਸੋਚਦੇ ਹੁੰਦੇ ਸੀ ਜਾਂ ਸਾਡੇ ਬਜ਼ੁਰਗ ਕਹਿੰਦੇ ਸੀ ਜਾਂ ਅਸੀਂ ਦੇਖਦੇ ਵੀ ਸੀ ਜੀ ਕਿ 14-15 ਦਿਨ ਬਾਅਦ ਜਾਨਵਰ ਮੈਲਾ ਸਿੱਟਦਾ, ਹਾਂਜੀ ਉਹ ਜਾਨਵਰ ਜਿਹੜਾ ਉਹ ਫੌਰਨ ਹੀ ਮੈਲਾ ਸਿੱਟਦਾ ਹੈਗਾ। ਠੀਕ ਹੈ ਜੀ। ਕਿਉਂਕਿ ਇਹ ਕਾੜਾ ਦੇਣ ਦਾ ਫਾਇਦਾ ਇਹ ਹੈ ਕਿ ਇਹਦੀ ਜਿਹੜੀ ਬੱਚੇਦਾਨੀ ਹੁੰਦੀ ਨਾ, ਹਾਂਜੀ ਇਹ ਅਗਲੇ 48 ਜਾਂ 72 ਘੰਟੇ ਬਾਅਦ ਬੰਦ ਹੋ ਜਾਣੀ ਹੁੰਦੀ। ਜੀ ਜਿਹੜਾ ਗੰਦ ਉਹਦੇ ਅੰਦਰ ਰਹਿ ਗਿਆ ਨਾ, ਹਾਂਜੀ ਉਹ ਜਾਨਵਰ ਨੂੰ ਬਹੁਤ, ਉਹ ਫਿਰ ਉਹੋ ਹੀ ਹੁੰਦਾ ਜਿਹੜਾ ਕਿ ਰੇਸ਼ਾ ਬਣ ਨਿਕਲਦਾ ਜਾਂ ਕੋਈ ਇਸ ਤਰ੍ਹਾਂ, ਹਾਂਜੀ ਜਾਂ ਬਾਅਦ ਦੇ ਵਿੱਚ ਉਹ 14-15 ਦਿਨ ਬਾਅਦ ਮੈਲਾ ਬਣ ਕੇ ਆਉਂਦਾ ਹੈ। ਹਾਂਜੀ ਤੇ ਜੇ ਅਗਰ ਤੁਸੀਂ ਉਹਨੂੰ ਪਹਿਲੇ ਦਿਨ ਹੀ ਦੇ ਦਿਓ, ਹਾਂਜੀ ਉਹਦੀ ਪਹਿਲੇ ਦਿਨ ਜਿਹੜੀ ਸਫਾਈ ਆ ਉਹ ਤੇਜ਼ੀ ਨਾਲ ਹੋ ਜਾਂਦੀ, ਠੀਕ ਹੈ ਜੀ। ਉਨਾ ਹੀ ਜਾਨਵਰ ਸਿਹਤਮੰਦ ਰਹਿੰਦਾ। ਠੀਕ ਹੈ ਜੀ। ਦੂਸਰਾ ਇਹ ਹੈ ਕਿ ਅਗਰ ਹਵਾਨਾ ਖਰਾਬ ਹੋਵੇ, ਹਾਂਜੀ ਅਸੀਂ ਉਹਨੂੰ LAPPS ਲਾਉਂਦੇ ਆ। ਜੀ ਉਹ 100 ml ਹੁੰਦਾ। ਜੀ ਉਹ ਪਹਿਲੇ ਦਿਨ ਅਸੀਂ ਉਹਨੂੰ ਲਾਉਂਦੇ ਆ 40 cc, ਜੀ 20 ਇੱਕ ਸਾਈਡ ਤੇ, 20 ਦੂਸਰੀ ਸਾਈਡ ਤੇ। ਉਹ ਦਰਦ ਕਰਦਾ। ਠੀਕ ਹੈ ਜੀ। ਫਿਰ 24 ਘੰਟੇ ਬਾਅਦ ਅਸੀਂ ਉਹਨੂੰ ਲਾ ਦਿੰਦੇ 30 cc, 15 ਉੱਧਰ 15 ਉੱਧਰ। ਜੀ ਫਿਰ ਅਗਲੇ 24 ਘੰਟੇ ਬਾਅਦ ਨਾਲ ਅਗਰ ਇਹ ਕਾੜਾ ਦਿਓਗੇ, ਹਾਂਜੀ ਉਸ ਦਵਾਈ ਦਾ ਦੁੱਗਣਾ ਅਸਰ ਤੁਹਾਨੂੰ ਸਾਹਮਣੇ ਠੀਕ ਆਏਗਾ। ਹੈ। ਇਹ ਜਿਹੜਾ ਕਾੜਾ ਆ ਇਹ ਕੀ ਫਾਇਦੇ ਦਿੰਦਾ? ਇਹ ਜਾਨਵਰ ਨੂੰ ਮਤਲਬ ਇਹ ਕਹਿ ਲਓ ਕਿ ਜਿਸ ਤਰ੍ਹਾਂ ਪੁਰਾਣੇ ਜ਼ਮਾਨੇ ਦੇ ਵਿੱਚ ਬੱਸਾਂ ਦੇ ਵਿੱਚ ਮੂਲੀ ਦਾ ਨਮਕ ਵੇਚਦੇ ਸੀ, ਹਾਂਜੀ ਤੇ ਉਹ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਇਹ 70-2-72 ਮਰਜ਼ਾਂ ਦਾ ਇਲਾਜ ਹੈ। ਹਾਂਜੀ ਤੇ ਇਹ ਸਮਝੋ ਕਾੜਾ ਜਿਹੜਾ ਇਹ ਵੀ 70-2-72 ਮਰਜ਼ਾਂ ਦਾ ਇਲਾਜ ਹੈ। ਠੀਕ ਹੈ। ਤੁਹਾਡਾ ਜਾਨਵਰ ਹੈ, ਤੁਸੀਂ ਦੇਖਿਆ ਹੈ ਕਿ ਸੁਸਤ ਹੋਇਆ ਹੈ, ਪੱਠੇ ਨਹੀਂ ਖਾਂਦਾ, ਉਹਨੂੰ ਫੌਰਨ ਇਹ ਕਾੜਾ ਦੇ ਦਿਓ। ਠੀਕ ਹੈ ਜੀ। ਕਿਉਂਕਿ ਇਹ ਤੁਹਾਡੇ ਕੋਲ ਜਿਹੜੀ ਉਹਦੀ ਹੈ ਨਾ ਐਮਰਜੈਂਸੀ ਦਵਾਈ, ਹਾਂਜੀ ਹਾਂਜੀ ਇਹ ਤਾਂ ਤੁਹਾਡੇ ਘਰ ਪਈ ਜਾਂਦੀ। ਇਹ ਜਿਹੜੀ ਤੁਸੀਂ ਇਹਦੀ ਮਕਦਾਰ ਦੱਸੀ, ਇਹ ਇੱਕ ਟਾਈਮ ਦੀ ਹੈ? ਇਹ ਮਿਕਦਾਰ ਇਹਦੀ ਨਾ ਅਸੀਂ ਤਾਂ ਰੱਖੀ ਹੈਗਾ, ਜਿਹੜੀ ਆਪਾਂ ਦੇਸੀ ਚਾਹ ਦੀ ਪਿਆਲੀ ਪੀਨੇ, ਹਾਂਜੀ ਇਹ ਭਰ ਕੇ ਇੱਕ ਤੋਂ ਬਸ ਉਹ ਪਾਣੀ 'ਚ ਘੋਲ ਕੇ ਦੇ ਦਿਓ। ਉਬਾਲਣ ਦੀ ਜਾਂ ਉਹਨੂੰ ਬਹੁਤ ਪਕਾਉਣ ਦੀ ਜ਼ਰੂਰਤ ਨਹੀਂ ਹੈ। ਠੀਕ ਹੈ ਜੀ। ਤੇ ਅਗਰ ਤੁਸੀਂ ਉਹਨੂੰ ਉਬਾਲੋਗੇ ਫਿਰ ਉਹ ਲੇਟ ਹੁੰਦੇ ਜਾਓਗੇ, ਫਿਰ ਤੁਸੀਂ ਉਹ ਕੰਮ ਜਿਹੜਾ ਠੀਕ ਉਹ ਹੈ ਨਹੀਂ ਕਰ ਸਕਦੇ। ਤੁਸੀਂ ਇੰਨਾ ਕਰ ਸਕਦੇ, ਉਹਨੂੰ ਥੋੜਾ ਜਿਹਾ ਕੋਸਾ ਕਰ ਲਓ, ਜੀ। ਉਹਦੇ ਵਿੱਚ ਆਪਣੀ ਉਂਗਲ ਦੇਖੋ ਕਿ ਸੜੇ ਨਾ, ਠੀਕ ਹੈ ਤਾਂ ਜੀ। ਕਿ ਐਸਾ ਨਾ ਹੋਵੇ ਜਾਨਵਰ ਦੀ ਜ਼ੁਬਾਨ ਸੜ ਜਾਏ। ਜੀ ਉਹਨੂੰ ਹਿਲਾ ਕੇ ਤੇ ਉਹਨੂੰ ਦੇ ਦੇਣਾ। ਠੀਕ ਹੈ। ਇਹਦੇ ਵਿੱਚ ਮੈਂ ਗੁੜ ਨਹੀਂ ਬੋਲਿਆ, ਠੀਕ ਹੋ ਗਿਆ ਜੀ। ਗੁੜ ਨਹੀਂ ਪਾਉਣਾ ਇਹਦੇ? ਠੀਕ ਹੈ। ਗੁੜ ਨਹੀਂ ਪਾਉਣਾ ਠੀਕ ਹੈ ਜੀ। ਇਸ ਵਾਸਤੇ ਕਿ ਜਿਹੜੇ ਜਾਨਵਰ ਪਹਿਲੇ ਸੂੰਦਾ ਨਾ, ਹਾਂਜੀ ਤੇ ਉਸ ਵੇਲੇ ਉਹਨੂੰ ਬੜੀ ਭਾਲ ਪੈਂਦੀ ਹੈ। ਹਾਂਜੀ। ਉਹਨੂੰ
ਉਸ ਹਵਾਨੇ ਨੂੰ ਸੋਜ ਪੈਂਦੀ। ਜੀ ਜਿਸ ਵੇਲੇ ਅਸੀਂ ਗੁੜ ਦਿੰਨੇ ਆ ਨਾ, ਹਾਂਜੀ। ਸਾਡੇ ਵਪਾਰੀ ਹਜ਼ਰਾਤ ਜਿਹੜੇ ਆ ਇਹ ਜਿਹੜੇ ਜਾਨਵਰ ਸੂੰਦਾ ਤਾਂ ਉਹਨੂੰ 2-3 ਕਿਲੋ ਗੁੜ ਖਿਲਾਉਂਦੇ ਨੇ। ਹਾਂਜੀ ਉਹਦੇ ਨਾਲ ਕੀ ਹੁੰਦਾ ਕਿ ਉਹਦਾ ਹਵਾਨੇ ਨੂੰ ਉਹ ਸੋਜ ਜਿਹੜੀ ਆ ਉਹ 2-3 ਗੁਣਾ ਵੱਧ ਜਾਂਦੀ। ਹਾਂਜੀ ਉਹਦੀ ਸ਼ੋਪ ਬਣ ਜਾਂਦੀ ਹੈ ਕਿ ਯਾਰ ਐਡਾ ਹਵਾਨਾ ਹੈ। ਹਾਂਜੀ ਉਹ ਤੁਸੀਂ ਗੁੜ ਜਿਹੜਾ ਇਹ ਬਾਅਦ ਦੇ ਵਿੱਚ ਬੇਸ਼ੱਕ ਦੇ ਲਓ, ਬਾਅਦ ਚ ਦੇ ਲਓ ਬਾਅਦ ਜੀ, 'ਚ ਦੇ ਲਓ। ਹਾਂਜੀ, ਜਿਹੜਾ ਉਹਦਾ ਬੋਲੀ ਦਾ ਟਾਈਮ ਲੰਘ ਜਾਏ ਜਦ। ਜਿਹੜਾ ਉਹਦਾ ਉਹ ਲੰਘ ਜਾਏ ਉਹਦਾ ਹਵਾਨੇ ਦੀ। ਫਿਰ ਸਾਡੇ ਲੋਕਾਂ ਦੇ ਵਿੱਚ ਇਹ ਹੈ ਕਿ ਅਸੀਂ ਹਮੇਸ਼ਾ ਗਰਮ ਪਾਣੀ ਨਾਲ ਧੋਣਗੇ ਜੇ। ਹਾਂਜੀ ਗਰਮ ਪਾਣੀ ਨਾਲ ਕਹਿੰਦੇ, ਗਰਮ ਪਾਣੀ ਕਰੋ ਵਿੱਚ ਤੇਲ ਦੀ ਚਮਚੀ ਸਿੱਟ ਲਓ। ਤੇਲ ਦੀ ਨਮਕ ਦੀ ਸਿੱਟ ਲਓ। ਹਾਂਜੀ ਇਹ ਤੁਸੀਂ ਇਹਨੂੰ ਠੰਡੇ ਪਾਣੀ ਨਾਲ ਧੋਣਾ। ਠੀਕ ਹੈ ਜੀ। ਹਾਂਜੀ, ਮੋਟਰ ਦੇ ਪਾਣੀ ਨਾਲ ਜਿਸਲੇ ਵੀ ਧੋਣੀ ਹੈ ਹਾਂਜੀ ਉਸ ਵੇਲੇ ਇਹਨੂੰ ਠੰਡੇ ਪਾਣੀ ਨਾਲ ਸਵਾਰ ਕੇ ਆਪਣਾ ਹੱਥ ਮਾਰ ਕੇ ਇਹਨੂੰ ਤੇ ਜੀ ਤੁਸੀਂ ਧੋਣਾ। ਠੀਕ ਹੈ ਜੀ। ਸਮਝ ਆਏ? ਹਾਂਜੀ ਸਿਰਫ ਇੱਕ ਦਫਾ ਤੁਸੀਂ ਕਰ ਸਕਦੇ ਆ ਕਿ ਪਾਣੀ ਗਰਮ ਕਰਕੇ ਉਹਦੇ ਚ ਅਗਰ ਕਰਨਾ ਤਾਂ ਠੀਕ ਹੈ ਉਹ ਵੀ ਡੇਅਰੀ ਫਾਰਮ ਦੀ ਸ਼ਕਲ ਚ ਨਹੀਂ ਹੋ ਸਕਦਾ ਹਾਂਜੀ ਸਾਡੇ ਕੋਲ। ਠੀਕ ਹੈ ਜੀ। ਅਸੀਂ ਤਾਂ ਸਿਰਫ ਇਸ ਨੂੰ ਠੰਡੇ ਪਾਣੀ ਦੇ ਨਾਲ 3 ਟਾਈਮ ਚਵਾਈ ਹੁੰਦੀ, 3 ਟਾਈਮ ਹੀ ਧੋਈ ਜਾਣਾ ਹੁੰਦਾ ਠੀਕ ਹੈ ਜੀ। ਤੇ ਉਹ ਜਿਹੜੀ ਇਹਦੀ ਸੋਜ ਹੈ ਉਹ ਲੈ ਜਾਂਦੀ। ਠੀਕ ਹੈ ਜੀ। ਹਾਂਜੀ, ਜੀ ਤੇ ਅਗਰ ਤੁਸੀਂ ਉਹਨੂੰ ਹੱਥ ਲਾ ਕੇ ਦੇਖਦੇ ਹੋ ਹਾਂਜੀ ਕਿ ਹਵਾਨਾ ਠੰਡਾ ਹੈ ਹਾਂਜੀ ਤੇ ਫਿਰ ਤੁਸੀਂ ਉਹਨੂੰ ਗਰਮ ਪਾਣੀ ਨਾਲ ਧੋਵੋ। ਠੀਕ ਹੈ ਜੀ। ਫਿਰ ਉਹਦੇ ਵਿੱਚ ਨਮਕ ਪਾ ਲਓ, ਥੋੜਾ ਜਿਹਾ ਉਹਦੇ ਸਰੋਂ ਦਾ ਤੇਲ ਪਾ ਲਓ, ਹਾਂਜੀ 1 ਮੁੱਠ ਇਹਦੇ ਪੱਤੇ ਪਾ ਲਵੋ ਨਿੰਮ ਦੇ, ਜੀ ਤੇ ਕੱਪੜਾ ਲੈ ਕੇ ਤੇ ਕੱਪੜੇ ਦੇ ਨਾਲ ਇਸ ਤਰ੍ਹਾਂ ਜਿੱਦਾਂ ਟਕੋਰ ਕਰੀਦੀ ਉਸ ਤਰ੍ਹਾਂ ਉਹਨੂੰ ਧੋਵੋ ਤਾਂ ਠੀਕ ਕਿ ਹੈ। ਪਾਣੀ ਰੁੜ ਨਾ ਜਾਏ, ਜ਼ਿਆਦਾ ਤੋਂ ਜ਼ਿਆਦਾ ਟਾਈਮ ਉਹਨੂੰ ਤੁਸੀਂ ਧੋ ਸਕੋ, ਠੀਕ ਹੈ ਉਹਨੂੰ ਟਕੋਰ ਹੋਵੇ। ਜੀ। ਇਹ ਚੀਜ਼। ਤੇ ਸਰਦਾਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ। ਗੱਲਾਂ ਤਾਂ ਬਹੁਤ ਰਹਿ ਗਈਆਂ, ਥੋੜ੍ਹੀਆਂ ਹੋਈਆਂ। ਤੁਹਾਡਾ ਟਾਈਮ ਲਿਆ ਜੀ। ਹੁਣ ਮੇਰਾ ਖਿਆਲ ਤੁਹਾਡੀ ਗੱਡੀ ਵੀ ਆ ਗਈ ਦੁੱਧ ਵਾਲੀ। ਹਾਂ ਜੀ।